ਧੰਨ ਵਾਹਿਗੁਰੂ ਸਾਹਿਬ ਜੀਓ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਸੱਚਾ ਖੇਲ, ਗੁਰ ਉਪਦੇਸਿਆ। ਸਾਧ ਸੰਗਤ ਦਾ ਮੇਲ, ਸ਼ਬਦ ਅਵੇਸਿਆ। ਫੁੱਲੀ ਤਿਲੀ ਫੋਲੇਲ, ਸੰਗ ਅਲੇਸਿਆ। ਗੁਰ ਸਿੱਖ ਨਕ ਨਕੇਲ, ਮਿਟੇ ਅੰਦੇਸਿਆ। ਨਾਵਣ ਅੰਮ੍ਰਿਤ ਵੇਲ, ਵਸਨ ਸੋਦੇਸਿਆ। ਗੁਰ ਜਪ ਹਿਰਦੈ ਸੁਹੇਲ, ਗੁਰ ਪਰਵੇਸਿਆ। ਭਾਉ ਭਗਤ ਭਾਉ ਭੇਖ, ਸਾਧ ਸਿਰਸਿਆ। ਨਿਤ ਨਿਤ ਨਵਲ ਨਿਵੇਲ, ਗੁਰਮੁਖ ਭੇਸਿਆ। ਖੈਰ ਦਲਾਲ ਦਲੇਲ, ਸੇਵ ਸਹਿਸਿਆ। ਖੈਰ ਦਲਾਲ ਦਲੇਲ, ਸੇਵ ਸਹਿਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ ਵਾਲੀਏ ਕੁਲ ਆਲਮ, ਹਜ਼ੂਰੇ ਅਨਵਰ ਸ਼ਬਦ ਗੁਰੂ ਦੀਨ ਦਇਆਲ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਪੱਗਾਂ ਵਾਲੇ ਸਤਸੰਗੀ ਜਨੋਂ, ਕਿਰਪਾਲੂ ਦਾਤਾ ਜੀ ਦੀ ਅਪਾਰ ਦਇਆ ਰਹਿਮਤ ਦਾ ਸਦਕਾ ਪਾਵਨ ਗੋਦ ਦੇ ਅੰਦਰ ਜੁੜ ਕਰਕੇ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਗੁਰੂ ਪਿਆਰ ਵਾਲਿਆਂ ਪਾਸੋਂ ਸਾਂਝ ਬਣਾ ਰਹੇ ਸਾਂ। ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਵਿੱਤਰ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ ਤੀਜੀ ਵਾਰ ਦੀਆਂ 8 ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ। ਅਗਲੇ ਦੀ 9 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ, ਤੇ ਇਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ। ਭਾਈ ਗੁਰਦਾਸ ਜੀ ਨੇ ਅੱਜ ਦੀ ਪਾਵਨ ਪੌੜੀ ਦੇ ਅੰਦਰ ਗੁਰਮੁਖਾਂ ਦੇ ਸੁਭਾਅ ਨੂੰ ਬਿਆਨ ਕੀਤਾ ਹੈ ਵੀ ਅਸਲ ਦੇ ਵਿੱਚ ਗੁਰਮੁਖਾਂ ਦਾ ਸੁਭਾਅ ਕਿਵੇਂ ਦਾ ਹੁੰਦਾ ਹੈ, ਉਹਨਾਂ ਦਾ ਜੀਵਨ ਜਿਉਣ ਦਾ ਢੰਗ ਕਿਵੇਂ ਦਾ ਹੈ। ਜਿਹੜੇ ਗੁਰਮੁਖ ਨੇ, ਜਿਹੜੇ ਸੱਚਮੁੱਚ ਗੁਰੂ ਦੇ ਨਾਲ ਜੁੜੇ ਨੇ, ਜਿਹੜੇ ਗੁਰੂ ਦੇ ਰਾਹੀਂ ਜੀਵਨ ਜਿਉਂਦੇ ਨੇ। ਗੁਰਮੁਖ ਦਾ ਭਾਵ ਹੀ ਹੁੰਦਾ ਹੈ ਜਿਹੜਾ ਗੁਰੂ ਦੇ ਮੁਖ, ਜਿਹਨੇ ਗੁਰੂ ਵੱਲ ਨੂੰ ਆਪਣਾ ਮੁਖ ਕੀਤਾ ਹੋਇਆ ਹੈ, ਗੁਰੂ ਦੀ ਵਿਚਾਰਧਾਰਾ ਦੇ ਰਾਹੀਂ ਜਿਹੜਾ ਜੀਵਨ ਜਿਉਂਦਾ ਹੈ, ਉਹ ਹੈ ਅਸਲ 'ਚ ਗੁਰਮੁਖ। ਜਿਹੜਾ ਆਪਣੀਆਂ ਸਿਆਣਪਾਂ ਵਰਤਦਾ ਹੈ, ਆਪਣੇ ਮਨ ਦੀ ਗੱਲ ਕਰਦਾ ਹੈ, ਉਹ ਮਨਮੁਖ ਹੈ। ਭਾਈ ਗੁਰਦਾਸ ਜੀ ਕਹਿੰਦੇ ਅੱਜ ਦੀ ਪਾਵਨ ਪੌੜੀ ਦੇ ਅੰਦਰ ਕਿ ਗੁਰਮੁਖ ਕਿਹੜੇ ਨੇ, ਗੁਰਮੁਖਾਂ ਦੀ ਨਿਸ਼ਾਨੀ ਕੀ ਹੈ। ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ। ਗੁਰੂ ਦੇ ਉਪਦੇਸ਼ ਦੇ ਰਾਹੀਂ ਹੀ ਗੁਰਮੁਖਾਂ ਦਾ ਅਸਲ ਦੇ ਵਿੱਚ ਸੱਚਾ ਸੰਸਾਰ ਹੈ। ਸੱਚਾ ਸੰਸਾਰ ਹੈ ਹੀ ਜੀਵਨ ਜਿਉਣ ਦਾ ਢੰਗ ਹੀ, ਖੇਲ ਦਾ ਭਾਵ ਹੈ ਸੰਸਾਰ। ਇਹ ਅਸਲ ਦੇ ਵਿੱਚ ਜੀਣਾ ਹੈ। ਸੰਸਾਰ ਸਮਝ ਹੀ ਉਹਨਾਂ ਨੂੰ ਆਉਂਦਾ ਹੈ, ਸੱਚਾ ਹੈ ਹੀ ਉਹਨਾਂ ਦੇ ਵਾਸਤੇ। ਜਿਹੜੇ ਗੁਰੂ ਦੇ ਨਾਲੋਂ ਟੁੱਟੇ ਹੋਏ ਨੇ ਉਹਨਾਂ ਦੇ ਵਾਸਤੇ ਇਹ ਸੱਚਾ ਨਹੀਂ। ਮਤਲਬ ਕਹਿੰਦੇ ਜਿਹੜੇ ਗੁਰੂ ਦੇ ਨਾਲੋਂ ਟੁੱਟ ਕੇ ਤੁਰੇ ਫਿਰਦੇ ਨੇ ਉਹ ਖੁਆਰ ਹੁੰਦੇ ਨੇ। ਉਹਨਾਂ ਦਾ ਜੀਵਨ ਇਦਾਂ ਦਾ ਹੈ ਜਿਵੇਂ ਕਿਸੇ ਭਿਆਨਕ ਜੰਗਲ ਦੇ ਵਿੱਚ ਵਸਦੇ ਹੋਣ। ਕਿਸੇ ਭਿਆਨਕ ਜੰਗਲ ਦੇ ਅੰਦਰ ਜਿਵੇਂ ਦਾ ਹਾਲ ਹੁੰਦਾ ਹੈ, ਮਤਲਬ ਕਹਿੰਦੇ ਫਿਰ ਉਦਾਂ ਦਾ ਜੀਵਨ ਹੈ। ਤੇ ਨਹੀਂ ਤੇ ਜਿਹੜੇ ਜਿਉਂਦੇ ਨੇ ਗੁਰੂ ਨੂੰ ਭੁਲਾ ਕਰਕੇ, ਸਤਿਗੁਰੂ ਕਹਿੰਦੇ ਸੰਸਾਰਕ ਤੌਰ ਦੇ ਉੱਤੇ ਭਾਵੇਂ ਉਹ ਕਿੰਨੇ ਵੀ ਚੰਗੇ ਹੋਣ, ਕਿੰਨੇ ਵੀ ਸੁੱਖ ਸਹੂਲਤਾਂ ਨੂੰ ਮਾਣਦੇ ਹੋਣ, ਪਰ ਸੱਚ ਇਹ ਹੈ ਬਸੰਤ ਸਵਰਗ ਲੋਕਾਂ ਜਿੱਤ ਦੇ ਪ੍ਰithvi ਨਵ ਖੰਡਣਾ। ਇਦਾਂ ਦੇ ਥਾਂ ਦੇ ਉੱਤੇ ਰਹਿੰਦਾ ਹੋਵੇ ਜਿੱਥੇ ਸੰਸਾਰ ਕਹਿੰਦਾ ਹੈ ਵੀ ਇਹ ਸਵਰਗ ਹੈ। ਸਵਰਗ ਵਗੇ ਸੁਖ ਸਾਧਨ ਸਾਰੇ ਹੋਣ ਕੋਲ, ਸਾਰੇ ਸੰਸਾਰ ਦੇ ਉੱਤੇ ਹੁਕਮ ਚੱਲਦਾ ਹੋਵੇ, ਜਿੱਧਰ ਨੂੰ ਕਵੇ ਉਧਰ ਨੂੰ ਸੰਸਾਰ ਤੁਰ ਪਵੇ। ਬਸੰਤ ਸਵਰਗ ਲੋਕਾਂ ਜਿੱਤ ਤੇ ਪ੍ਰithvi ਨਵ ਖੰਡਣਾ ਬਿਸਰੰਤ ਹਰ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਨਾ। ਜੇ ਰੱਬ ਭੁੱਲ ਗਿਆ ਤੇ ਸਤਿਗੁਰੂ ਕਹਿੰਦੇ ਫਿਰ ਉਹ ਸੱਚਮੁੱਚ ਏਦਾਂ ਨੇ ਜਿੱਦਾਂ ਉਹ ਕਿਸੇ ਜੰਗਲ ਦੇ ਵਿੱਚ ਭਟਕਦੇ ਫਿਰਦੇ ਨੇ ਕਮਲਿਆਂ ਦੇ ਵਾਂਗ। ਗੁਰੂ ਤੋਂ ਟੁੱਟਿਆ ਹੋਇਆ ਮਨੁੱਖ ਸੱਚਮੁੱਚ ਹੀ ਕਮਲਾ ਹੁੰਦਾ ਹੈ ਤੇ ਫਿਰ ਉਹ ਭਿਆਨਕ ਜੰਗਲ ਦੇ ਵਿੱਚ ਕਮਲਿਆਂ ਦੇ ਵਾਂਗ ਸਤਿਗੁਰੂ ਕਹਿੰਦੇ ਤੁਰਿਆ ਫਿਰਦਾ, ਭਟਕਦਾ ਫਿਰਦਾ ਹੈ। ਤੇ ਜਿਹੜਾ ਜੁੜ ਗਿਆ ਗੁਰੂ ਦੇ ਨਾਲ ਜੁੜੇ ਹੋਏ ਨੂੰ ਫਿਰ ਇਹ ਸਮਝ ਆਉਂਦੀ ਹੈ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਦੋਨਾਂ ਦੇ ਵਿੱਚ ਫਰਕ ਹੈ। ਸੰਸਾਰ ਉਹੀ ਹੈ, ਇੱਕ ਉਹ ਹੈ ਜਿਹੜਾ ਟੁੱਟਿਆ ਹੋਇਆ ਹੈ ਤੇ ਟੁੱਟੇ ਹੋਏ ਵਾਸਤੇ ਇਹ ਸੰਸਾਰ ਭਿਆਨਕ ਸਰੋਵਰ ਵਰਗਾ ਹੈ, ਭਿਆਨਕ ਜੰਗਲ ਵਰਗਾ ਹੈ। ਤੇ ਜਿਹੜਾ ਜੁੜ ਗਿਆ ਫਿਰ ਉਹਦੇ ਵਾਸਤੇ ਇਹ ਸੰਸਾਰ ਜਿਹੜਾ ਹੈ, ਇਹ ਸੰਸਾਰ ਉਹਦੇ ਵਾਸਤੇ ਸਵਰਗ ਬਣ ਜਾਂਦਾ ਹੈ। ਉਹਦੇ ਵਾਸਤੇ ਇਹੀ ਅਸਲ ਦੇ ਵਿੱਚ ਗੁਰੂ ਦੇ ਉਪਦੇਸ਼ ਦੇ ਰਾਹੀਂ ਜਿਹਨੇ ਜਿਉਣਾ ਸ਼ੁਰੂ ਕੀਤਾ। ਸੰਸਾਰ ਉਹੀ ਰਹੇ। ਅਕਸਰ ਸੌਖੀ ਜਿਹੀ ਉਦਾਹਰਨ ਵਰਤੀ ਦੀ ਹੈ, ਸੌਖਿਆਂ ਸਮਝ ਆ ਜਾਂਦਾ ਹੈ। ਪਾਣੀ ਉਹੀ ਹੈ, ਡੈਮ ਉਹੀ ਹੈ ਜਿਸ ਡੈਮ ਦੇ ਨਾਲ ਸੰਸਾਰ ਦੇ ਅੰਦਰ ਕਿੰਨੇ ਕੰਮ ਹੁੰਦੇ ਨੇ। ਕਿਤੇ ਉਸੇ ਡੈਮ ਦੇ ਰਾਹੀਂ ਪਾਣੀ ਦੇ ਨਾਲ, ਉਸੇ ਡੈਮ ਚੋਂ ਨਿਕਲਿਆ ਹੋਇਆ ਪਾਣੀ ਫਸਲਾਂ ਨੂੰ ਪਾਲਦਾ ਹੈ। ਉਸੇ ਡੈਮ ਦੇ ਨਾਲ ਤਕਨੀਕੀ ਦੇ ਨਾਲ, ਉਹ ਤਕਨੀਕੀ ਵਰਤ ਕਰਕੇ ਉਹਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ, ਉਹਦੇ ਨਾਲ ਹੀ ਬੱਤੀ ਪੈਦਾ ਕੀਤੀ ਜਾ ਰਹੀ ਹੈ ਤਾਂ ਡੈਮ ਉਹੀ ਨਾ। ਔਰ ਉਹੀ ਡੈਮ ਹੈ ਜਿਸ ਦਿਨ ਉਹ ਨਿਯਮ ਤੋਂ ਬਾਹਰ ਹੋ ਜਾਵੇ, ਜਿਸ ਦਿਨ ਉਸ ਚਾਰ ਦੀਵਾਰੀ ਤੋਂ ਬਾਹਰ ਹੋ ਜਾਵੇ, ਉਸੇ ਪਾਣੀ ਦੇ ਨਾਲ ਪਲੀ ਹੋਈ ਫਸਲ ਉਸੇ ਡੈਮ ਦੇ ਕਰਕੇ ਅੱਜ ਉਜੜ ਗਈ। ਸਾਰਾ ਕੁਝ ਖਤਮ ਹੋ ਗਿਆ ਜਿਸ ਦਿਨ ਨਿਯਮ ਤੋਂ ਬਾਹਰ ਹੋਇਆ। ਕਿੰਨੇ ਘਰਾਂ ਦੇ ਅੰਦਰ ਦੀਵੇ ਜਗਦੇ ਸੀ, ਚਾਨਣ ਹੁੰਦਾ ਸੀ ਉਸੇ ਪਾਣੀ ਦੇ ਕਰਕੇ, ਪਰ ਅੱਜ ਜਦੋਂ ਉਹ ਨਿਯਮ ਤੋਂ ਬਾਹਰ ਹੋਇਆ ਘਰ ਹੀ ਢਹਿ ਗਏ, ਸਾਰਾ ਕੁਝ ਖਤਮ ਹੋ ਗਿਆ। ਇਦਾਂ ਦਾ ਹੀ ਮਨ ਹੈ।
ਜਦੋਂ ਤੱਕ ਇਹ ਮਨ ਗੁਰੂ ਦੇ ਹੁਕਮ ਦੇ ਵਿੱਚ ਹੈ, ਗੁਰੂ ਦੀ ਮੱਤ ਦੇ ਰਾਹੀਂ ਤੁਰਦਾ ਹੈ, ਉਦੋਂ ਤੱਕ ਤਾਂ ਇਹ ਠੀਕ ਹੈ, ਇਹ ਭਲਾ ਕਰਦਾ ਹੈ। ਜਿਸ ਦਿਨ ਇਹ ਗੁਰੂ ਦੀ ਮੱਤ ਤੋਂ ਬਾਹਰ ਹੋ ਜਾਏ, ਸਤਿਗੁਰੂ ਕਹਿੰਦੇ ਫਿਰ ਉਹਦੇ ਵਾਸਤੇ ਇਹ ਸੰਸਾਰ ਅਸਲ ਦੇ ਵਿੱਚ ਬੜਾ ਭਿਆਨਕ ਹੋ ਜਾਂਦਾ ਹੈ ਤੇ ਉਹਦਾ ਆਪਣਾ ਜੀਵਨ ਵੀ ਬੜਾ ਭਿਆਨਕ ਹੋ ਜਾਂਦਾ ਹੈ। ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ। ਜਿਹੜੇ ਗੁਰਮੁਖ ਨੇ ਉਹਨਾਂ ਦੀ ਇਹ ਨਿਸ਼ਾਨੀ ਹੈ, ਸਾਧ ਸੰਗਤ ਦਾ ਮੇਲ। ਉਹ ਗੁਰੂ ਦੀ ਸੰਗਤ ਕਰਦੇ ਨੇ, ਗੁਰਮੁਖਾਂ ਦੀ ਸੰਗਤ ਕਰਦੇ ਨੇ, ਉਹ ਮਾੜੀ ਸੰਗਤ ਦੇ ਵਿੱਚ ਨਹੀਂ ਬੈਠਦੇ। ਚੰਗੀ ਸੰਗਤ ਦੇ ਵਿੱਚ ਹੀ ਉਹਨਾਂ ਦਾ ਪ੍ਰਵੇਸ਼ ਹੈ, ਮਾੜਿਆਂ ਦੇ ਨਾਲ ਬੈਠਦੇ ਨਹੀਂ, ਕਿਉਂਕਿ ਉਹ ਰੋਜ਼ਾਨਾ ਪੜ੍ਹਦੇ ਨੇ। ਉਹਨਾਂ ਨੂੰ ਰੋਜ਼ਾਨਾ ਇਹ ਸਿੱਖਣ ਨੂੰ ਮਿਲਦਾ ਹੈ ਬਾਣੀ ਦੇ ਰਾਹੀਂ, ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਝੂਠੇ ਕੀਰੇ ਝੂਠ ਪ੍ਰੀਤ। ਝੂਠੇ ਦੀ ਝੂਠੀ ਪ੍ਰੀਤ ਹੈ। ਇਹ ਸੰਸਾਰ ਦੇ ਅੰਦਰ ਜਿਹੜਾ ਗੁਰੂ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹਦਾ ਜੀਵਨ ਕੋਈ ਬਹੁਤਾ ਚੰਗਾ ਨਹੀਂ। ਕਬੀਰ ਸਾਹਿਬ ਕਹਿੰਦੇ ਜੇ ਇਹੋ ਜਿਹੇ ਦੇ ਨਾਲ ਰਹੇਗਾ ਨਾ, ਕਾਲੇ ਭਾਂਡੇ ਦੇ ਨਾਲ ਲੱਗਾਂਗੇ ਤੇ ਕੀ ਹੋਏਗਾ? ਕਾਲਕ ਹੀ ਲੱਗੇਗੀ ਨਾ। ਬਾਸਨ ਕਾਰੋ ਪਰਸੀਆ ਤਉ ਕਛ ਲਾਗੈ ਦਾਗ। ਕਾਲੇ ਭਾਂਡੇ ਦੇ ਨਾਲ ਲੱਗਾਂਗੇ, ਦਾਗ ਤੇ ਲੱਗੇਗਾ। ਸਤਿਗੁਰੂ ਕਹਿੰਦੇ ਸਾਖਤ ਵੀ ਇਦਾਂ ਦਾ ਹੀ, ਇਹਦਾ ਸੁਭਾਅ ਵੀ ਇਦਾਂ ਦਾ, ਇਹਦੇ ਨਾਲ ਲੱਗੇਗਾ ਜ਼ਰੂਰ ਕੋਈ ਨਾ ਕੋਈ ਮੈਲ ਤੇਰੀ ਜ਼ਿੰਦਗੀ ਦੇ ਅੰਦਰ ਲਾ ਦੇਵੇਗਾ। ਭਾਵੇਂ ਉਹ ਸੁਰਤ ਕਰਕੇ ਤੈਨੂੰ ਕੋਈ ਮਾੜਾ ਵਚਨ ਸੁਣਾ ਦੇਵੇ, ਤੇਰੇ ਹਿਰਦੇ ਦੇ ਰਾਹੀਂ ਕਿਸੇ ਨੂੰ ਕੁਝ ਮਾੜਾ ਕਹਵਾ ਦੇਵੇ। ਬੜੇ ਨੇ ਇਦਾਂ ਦੇ। ਚੰਗਾ ਭਲੀ ਸੁਰਤ ਟਿਕੀ ਹੁੰਦੀ, ਮਨ ਟਿਕਿਆ ਹੁੰਦਾ ਹੈ, ਕੋਈ ਆ ਕੇ ਇਦਾਂ ਦੀ ਗੱਲ ਕਰ ਦੇਵੇ, ਸੁਰਤ ਉਸੇ ਵੇਲੇ ਖਿੰਡ ਜਾਂਦੀ ਹੈ, ਵਿਕਾਰ ਪੈਦਾ ਕਰ ਦਿੱਤਾ। ਮਾਲਕ ਤਾਂ ਹੀ ਕਹਿੰਦੇ ਨੇ, ਰੋਜ਼ਾਨਾ ਅਰਦਾਸ ਦੇ ਅੰਦਰ ਇਹ ਬਚਨ ਪੜੀਦਾ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ। ਇਹੀ ਅਸਲ ਚ ਤਰੀਕਾ ਵੀ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਲ ਸਿੱਖ। ਸਾਨੂੰ ਇਹ ਸਿਖਾਇਆ ਹੀ ਗਿਆ। ਮਾਲਕ ਨੇ ਬਾਰ-ਬਾਰ ਇਸ ਗੱਲ ਨੂੰ ਦੁਹਰਾਇਆ, ਭਾਈ ਸੰਗਤ ਦੇ ਅੰਦਰ ਬੈਠਿਆ ਕਰ, ਗੁਰਮੁਖਾਂ ਦੇ ਕੋਲ ਬੈਠਿਆ ਕਰ। ਮਾੜੀ ਸੰਗਤ 'ਚ ਬੈਠੇਗਾ ਜੀਵਨ ਮਾੜਾ ਹੋ ਜਾਵੇਗਾ। ਫੁੱਲੇ ਤਿਲੀ ਫੁਲੇਲ ਸੰਗ ਅਲਸਿਆ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਘਰਾਂ ਦੇ ਅੰਦਰ ਆਮ ਤੇਲ ਵਰਤੀਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਕ ਤਾਂ ਤੇਲ ਹੈ ਸਾਦਾ, ਜਿਹਦੇ ਵਿੱਚ ਕੋਈ ਖੁਸ਼ਬੂ ਨਹੀਂ। ਉਹੀ ਤੇਲ ਜਦੋਂ ਕਿਸੇ ਫੁੱਲਾਂ ਦੇ ਰਸ ਦੇ ਨਾਲ, ਫੁੱਲਾਂ ਦੀ ਸੁਗੰਧੀ ਦੇ ਨਾਲ ਮਿਲ ਜਾਂਦਾ ਹੈ, ਫਿਰ ਉਹ ਫੁਲੇਲ ਬਣ ਜਾਂਦਾ ਹੈ। ਫੁੱਲਾਂ ਦੀ ਸੁਗੰਧੀ ਵਾਲਾ ਤੇਲ ਜਿਹੜਾ ਬੜਾ ਖੁਸ਼ਬੂਦਾਰ ਹੈ, ਚੰਗਾ ਲੱਗਦਾ ਹੈ ਲੱਗਾ ਹੋਇਆ। ਹਰੇਕ ਪੁੱਛਦਾ ਹੈ, ਭਾਈ ਬੜੀ ਸੋਹਣੀ ਖੁਸ਼ਬੂ ਆ ਰਹੀ ਹੈ, ਕਿਹੜਾ ਇਤਰ ਲਾਇਆ ਹੈ, ਕਿਹੜਾ ਤੇਲ ਲਾਇਆ, ਚੰਗਾ ਲੱਗਦਾ ਹੈ। ਮਾਲਕ ਕਹਿੰਦੇ ਬਸ ਗੁਰੂ ਦੀ ਸੰਗਤ ਵੀ ਇਦਾਂ ਦੀ ਹੈ, ਉਸ ਫੁੱਲਾਂ ਦੀ ਸੁਗੰਧੀ ਵਰਗੀ ਹੈ। ਤੇਰਾ ਜੀਵਨ ਭਾਵੇਂ ਤੇਲ ਵਰਗਾ ਹੈ, ਜਿਹਦੇ ਵਿੱਚੋਂ ਕੋਈ ਚੰਗੀ ਮਹਿਕ ਨਾ ਆਉਂਦੀ ਹੋਵੇ। ਤੂੰ ਗੁਰੂ ਦੀ ਸੰਗਤ 'ਚ ਬੈਠ, ਗੁਰੂ ਦੇ ਨਾਲ ਮਿਲ। ਜਿਸ ਦਿਨ ਗੁਰੂ ਦੀ ਸੰਗਤ 'ਚ ਬੈਠ ਕਰਕੇ ਗੁਰੂ ਦੀ ਸੰਗਤ ਦੇ ਰਾਹੀਂ ਜੀਵਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ, ਉਸੇ ਦਿਨ ਹੀ। ਜ਼ਰੂਰੀ ਨਹੀਂ ਹੈ ਕਿ ਸੰਗਤ ਦੇ ਨਾਲ ਅਸੀਂ ਬਹੁਤੀ ਵਾਰ ਬਦਲਦੇ ਹਾਂ। ਇੱਥੇ ਸੰਗਤ ਇਦਾਂ ਦੀ ਵੀ ਕਰਦੇ ਨੇ ਜਿਵੇਂ ਦੀ ਬਾਸ ਕਰਦਾ ਹੈ। ਚੰਦਨ ਦੇ ਨੇੜੇ ਰਹਿੰਦਾ ਹੈ ਬਾਸ, ਪਰ ਜੀਵਨ ਤਾਂ ਨਹੀਂ ਬਦਲਿਆ ਉਹਦਾ। ਚੰਦਨ ਦੇ ਨੇੜੇ ਰਹਿਣ ਵਾਲਾ ਹਰੇਕ ਦਰਖਤ ਬੂਟਾ ਸੁਗੰਧੀ ਮਾਣਦਾ ਹੈ, ਉਹਦੇ ਅੰਦਰੋਂ ਸੁਗੰਧੀ ਪੈਦਾ ਹੋ ਜਾਂਦੀ ਹੈ, ਪਰ ਬਾਂਸ ਦੇ ਅੰਦਰੋਂ ਕਦੇ ਨਹੀਂ ਹੁੰਦੀ। ਉਹਦਾ ਸੁਭਾਅ ਹੀ ਇਦਾਂ ਦਾ, ਆਪਸ ਹੀ ਰਗੜ ਕੇ ਸਾਰੇ ਜੰਗਲ ਨੂੰ ਹੀ ਅੱਗ ਲਾ ਦਿੰਦਾ। ਬੜੇ ਨੇ ਇਦਾਂ ਦੇ ਸੰਗਤ 'ਚ ਆਉਣ ਵਾਲੇ ਵੀ, ਸੰਗਤ 'ਚ ਬੈਠਣ ਵਾਲੇ ਵੀ ਕਈ ਵਾਰ ਇਦਾਂ ਦੇ ਹੁੰਦੇ ਨੇ। ਧਿਆਨ ਹੈ ਹੀ ਨਹੀਂ ਵੀ ਕਰਨਾ ਕੀ ਹੈ, ਸੁਗੰਧੀ ਵੱਡੀ ਜਾ ਰਹੀ ਹੈ, ਉਧਰ ਨਹੀਂ ਧਿਆਨ ਕਿੱਧਰ ਹੈ? ਉਹ ਬਾਂਸ ਦੇ ਵਾਂਗ ਅੱਗ ਲਾਉਣ ਵਾਲਾ, ਦੂਜਿਆਂ ਦਾ ਨੁਕਸਾਨ ਕਰਨ ਵਾਲੇ ਪਾਸੇ। ਬੜੇ ਇਦਾਂ ਦੇ ਵੀ ਹੁੰਦੇ। ਭਾਈ ਗੁਰਦਾਸ ਜੀ ਕਹਿੰਦੇ ਇਦਾਂ ਤੋਂ ਬਚ ਕੇ ਰਹਿਣਾ, ਜਿਹੜੇ ਇਵੇਂ ਦੇ ਨੇ। ਇਦਾਂ ਦੇ ਤੋਂ ਬਚ ਕੇ ਰਵਾਂਗੇ ਤੇ ਜੀਵਨ ਸੌਖਾ ਰਹੇਗਾ, ਨਹੀਂ ਤੇ ਇਦਾਂ ਦੇ ਨਾਲ ਰਹਿਣ ਕਰਕੇ ਫਿਰ ਜੀਵਨ ਖੁਆਰ ਹੋਏਗਾ। ਆਪਣੇ ਅੰਦਰ ਦੇ ਕਿਰਦਾਰ ਗੁਣ ਜਿਹੜੇ ਨੇ, ਜਿਨ੍ਹਾਂ ਦੇ ਨਾਲ ਕਿਰਦਾਰ ਬਣਨਾ ਸੀ, ਉਹ ਗੁਣ ਖਤਮ ਹੋ ਜਾਣਗੇ। ਸਤਿਗੁਰੂ ਕਹਿੰਦੇ ਸੰਗਤ ਕਰਨੀ ਹੈ ਚੰਦਨ ਦੇ ਵਾਂਗ ਕਰਿਆ ਕਰ। ਸੰਗਤ 'ਚ ਬੈਠੇਗਾ ਜੀਵਨ ਚੰਗਾ ਹੋ ਜਾਏਗਾ, ਤੇਰੇ ਹਿਰਦੇ ਦੇ ਅੰਦਰ ਗੁਣ ਪੈਦਾ ਹੋ ਜਾਵਣਗੇ। ਗੁਰ ਸਿੱਖ ਨਕ ਨਕੇਲ ਮਿਟੇ ਅੰਦੇਸਿਆ। ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੇ ਰਾਹੀਂ ਜਿਉਂਦੇ ਨੇ, ਗੁਰੂ ਦੇ ਸਿੱਖ ਨੇ, ਜਿਹੜੇ ਬੰਦਿਆਂ ਦੇ ਸਿੱਖ ਨਹੀਂ। ਤੇ ਬੜੇ ਨੇ ਜਿਹੜੇ ਬੰਦਿਆਂ ਦੇ ਸਿੱਖ ਵੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ ਗੁਰੂ ਦੇ ਸਿੱਖ ਆ, ਹੈਗੇ ਬੰਦਿਆਂ ਦੇ।
ਬੰਦਿਆਂ ਦੇ ਪ੍ਰਭਾਵ ਨੂੰ ਕਬੂਲਦੇ ਨੇ। ਬੰਦੇ ਕੀ ਕਰਦੇ ਨੇ, ਉਧਰ ਨੂੰ ਧਿਆਨ ਹੈ। ਜ਼ਰੂਰੀ ਨਹੀਂ ਹੈ ਬਾਣਾ ਪਾ ਕੇ ਸਿੱਖ ਬਣ ਜਾਵਾਂਗੇ, ਗੁਰਸਿੱਖ ਬਣ ਜਾਵਾਂਗੇ। ਬੰਦਿਆਂ ਦੇ ਸਿੱਖ ਤੇ ਇਦਾਂ ਬਣ ਸਕਦੇ ਆ ਕਿ ਬੰਦਿਆਂ ਦੀਆਂ ਗੱਲਾਂ ਨੂੰ ਮੰਨ ਕੇ ਗੁਰੂ ਦੇ ਸਿੱਖ ਬਣਨਾ ਹੈ ਤੇ ਗੁਰੂ ਦੀ ਗੱਲ ਮੰਨਣੀ ਪਏਗੀ। ਪਹਿਰਾਵਿਆਂ ਦੇ ਨਾਲ ਗੁਰਸਿੱਖ ਨਹੀਂ ਬਣ ਸਕਦੇ। ਇਹਦੇ ਤੇ ਅਜੇ ਪਰਵਾਹ ਹੀ ਬੰਦਿਆਂ ਦੀ ਹੈ। ਦੂਜੇ ਨੇ ਕੀ ਕਿਹਾ ਹੈ, ਬੰਦਿਆਂ ਨੇ ਕੀ ਕਿਹਾ ਹੈ, ਫਲਾਣਾ ਇਦਾਂ ਕਹਿੰਦਾ ਹੈ, ਅਜੇ ਤੇ ਧਿਆਨ ਹੀ ਇੱਧਰ ਹੈ। ਜਿਸ ਦਿਨ ਧਿਆਨ ਇੱਧਰ ਹੋ ਗਿਆ ਵੀ ਗੁਰੂ ਕੀ ਕਹਿੰਦਾ ਹੈ, ਗੁਰੂ ਦੀ ਮੰਨਣ ਲੱਗ ਗਏ, ਉਸ ਦਿਨ ਗੁਰਸਿੱਖ ਬਣ ਸਕਦੇ ਆ। ਉਹਦਾ ਬੰਦਿਆਂ ਦੇ ਸਿੱਖ ਬਥੇਰੇ ਨੇ ਤੇ ਜਿੰਨੇ ਮਰਜ਼ੀ ਇਕੱਠੇ ਕਰ ਲਓ, ਗੁਰਸਿੱਖ ਉਹੀ ਅਖਵਾ ਸਕਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਾ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਉਪਦੇਸ਼ ਗੁਰੂ ਹਰ ਹਰ ਨਿਤ ਜਪ ਜਾਪੈ, ਰੋਜ਼ਾਨਾ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ। ਉਹ ਹੈ ਅਸਲ ਦੇ ਵਿੱਚ ਗੁਰਮੁਖ, ਜਿਹਨੇ ਗੁਰੂ ਦੇ ਰਾਹੀਂ ਜੀਣਾ ਸਿੱਖਿਆ ਹੈ। ਜਿਹਨੇ ਬੰਦਿਆਂ ਦੇ ਰਾਹੀਂ ਜੀਣਾ ਸਿੱਖਿਆ ਹੋਵੇ ਉਹ ਬੰਦਿਆਂ ਦਾ ਸਿੱਖ ਤੇ ਹੋ ਸਕਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਹੈ ਜਿਹੜਾ ਬੰਦਿਆਂ ਦਾ ਸੇਵਕ ਹੈ। ਜਿਹੜਾ ਗੁਰੂ ਦਾ ਸੇਵਕ ਹੈ ਉਹ ਅਸਲ ਦੇ ਵਿੱਚ ਗੁਰੂ ਦੇ ਕੋਲੋਂ ਸਿੱਖ ਕਰਕੇ ਉਹ ਗੁਰੂ ਦਾ ਸਿੱਖ ਬਣਦਾ ਹੈ। ਨਾਵਣ ਅੰਮ੍ਰਿਤ ਵੇਲ ਬਸਨ ਸੋ ਦੇਸਿਆ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਫਿਰ ਸੁਦੇਸ਼ਿਆ ਚੰਗਾ ਦੇਸ਼। ਹੁਣ ਸੁਦੇਸ਼ ਕਿਹੜਾ ਹੈ, ਸਾਰਿਆਂ ਤੋਂ ਵਧੀਆ ਦੇਸ਼ ਕਿਹੜਾ ਹੈ, ਉਹ ਗੁਰੂ ਦੀ ਸੰਗਤ। ਇਸ ਤੋਂ ਉੱਪਰਲਾ ਕੋਈ ਦੇਸ਼ ਨਹੀਂ ਹੈ। ਇਹੀ ਹੈ ਇੱਕ ਦੇਸ਼ ਜਿਸ ਦੇਸ਼ ਦੇ ਅੰਦਰ ਰਹਿਣ ਕਰਕੇ ਸਾਡੀ ਸੁਰਤ ਉਸ ਟਿਕਾਣੇ ਦੇ ਵਿੱਚ। ਕਿਹੜਾ ਟਿਕਾਣਾ, ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾ। ਜਿਹੜੇ ਅਸਲ ਦੇ ਵਿੱਚ ਗੁਰੂ ਦੇ ਕੋਲੋਂ ਸਿੱਖਣ ਲੱਗ ਗਏ, ਗੁਰੂ ਦੇ ਕੋਲ ਬੈਠਣ ਲੱਗ ਗਏ, ਫਿਰ ਉਹ ਇਸ ਦੇਸ਼ 'ਚ ਪਹੁੰਚਦੇ ਨੇ। ਫਿਰ ਉਹ ਪਰਵਾਹ ਨਹੀਂ ਕਰਦੇ ਵੀ ਕਿਸੇ ਸਵਰਗ ਦੀ ਲੋੜ ਹੈ ਮਰਨ ਤੋਂ ਬਾਅਦ। ਫਿਰ ਉਹਨਾਂ ਨੂੰ ਡਰ ਨਹੀਂ ਹੈ ਵੀ ਮਰਨ ਤੋਂ ਬਾਅਦ ਕਿਸੇ ਨਰਕ 'ਚ ਜਾਵਾਂਗੇ। ਉਹ ਗੁਰੂ ਦੇ ਕੋਲੋਂ ਸਿੱਖ ਕਰਕੇ ਜਿਉਂਦਿਆਂ ਜੀ ਇਸ ਬੇਗਮਪੁਰੇ ਦੇ ਵਾਸੀ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਕੋਲੋਂ ਸਿੱਖਦੇ ਨੇ। ਜਿਹੜੇ ਪੁੱਛਦੇ ਨੇ ਬੰਦਿਆਂ ਦੇ ਕੋਲੋਂ ਵੀ ਅਸੀਂ ਆਹ ਕੰਮ ਕੀਤਾ, ਅਸੀਂ ਨਰਕ 'ਚ ਜਾਵਾਂਗੇ ਕਿ ਸਵਰਗ 'ਚ ਜਾਵਾਂਗੇ। ਪਰ ਮਾਲਕ ਕਹਿੰਦੇ ਫਿਰ ਇਹਨਾਂ ਦੇ ਕੋਲ ਹੀ ਤੁਰਿਆ ਫਿਰ। ਨਹੀਂ ਤੇ ਇੱਥੇ ਇਦਾਂ ਦੇ ਵੀ ਹੈਗੇ ਨੇ। ਮਾਲਕ ਕਹਿੰਦੇ ਅਜਾਮਲ ਪਾਪੀ ਜਗ ਜਾਣਾ, ਨਿਮਕ ਮਾਹੇ ਨਿਸਤਾਰਾ। ਪਲ ਦੇ ਵਿੱਚ ਨਿਸਤਾਰਾ ਹੋ ਗਿਆ। ਸੰਸਾਰ ਕਹਿੰਦਾ ਸੀ ਵੀ ਅਜਾਮਲ ਬੜਾ ਪਾਪੀ ਹੈ, ਬੜਾ ਨੀਵੇਂ ਪੱਧਰ ਦਾ ਜੀਵਨ ਹੈ ਇਹਦਾ। ਪਰ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੇ ਨਾਲ ਰਹਿਣ ਕਰਕੇ, ਉਸ ਵਾਹਿਗੁਰੂ ਦਾ ਨਾਮ ਜਪਣ ਕਰਕੇ, ਉਹਨੂੰ ਹਿਰਦੇ 'ਚ ਵਸਾਉਣ ਕਰਕੇ ਇਸ ਸੰਸਾਰ ਤੋਂ ਭਵਜਲ ਤੋਂ ਤਰ ਕੇ ਉਹਦੇ ਹਿਰਦੇ ਦੇ ਅੰਦਰ ਉਹ ਸੱਚ ਵਸ ਗਿਆ। ਨਾਵਣ ਅੰਮ੍ਰਿਤ ਵੇਲ ਵਸਨ ਸੁਦੇਸਿਆ। ਉਹ ਜਿਹੜੇ ਗੁਰੂ ਦੇ ਕੋਲ ਆ ਕੇ ਬੈਠਣ ਲੱਗ ਜਾਂਦੇ ਨੇ, ਉਹ ਅਸਲ ਦੇ ਵਿੱਚ ਚੰਗੇ ਦੇਸ਼, ਉਸ ਦੇਸ਼ ਦੇ ਵਾਸੀ ਬਣ ਜਾਂਦੇ ਨੇ ਜਿੱਥੇ ਸਿਰਫ ਤੇ ਸਿਰਫ ਸੁੱਖ ਹੈ। ਗੁਰ ਜਪ ਹਿਰਦੈ ਸੁਹੇਲ, ਗੁਰ ਪਰਵੇਸਿਆ। ਗੁਰੂ ਨੂੰ ਜਪਦੇ ਨੇ, ਗੁਰੂ ਦੀ ਗੱਲ ਨੂੰ ਜਪਦੇ, ਗੁਰੂ ਦੇ ਨਾਮ ਨੂੰ ਜਪਦੇ ਨੇ। ਜਪਣ ਦਾ ਭਾਵ ਹੈ ਚੇਤੇ 'ਚ ਰੱਖਣਾ। ਗੁਰੂ ਨੂੰ ਚੇਤੇ 'ਚ ਰੱਖਦੇ ਨੇ, ਗੁਰੂ ਦੇ ਹੁਕਮ ਨੂੰ ਚੇਤੇ 'ਚ ਰੱਖਦੇ ਨੇ ਵੀ ਇਦਾਂ ਕਰਨਾ ਹੈ। ਜੋ ਗੁਰੂ ਨੇ ਹੁਕਮ ਦਿੱਤਾ ਹੋਇਆ ਹੈ ਉਸ ਹੁਕਮ ਦੇ ਰਾਹੀਂ ਤੁਰਨਾ ਹੈ। ਫਿਰ ਪਰਵਾਹ ਨਹੀਂ ਹੈ ਦੂਜੇ ਕੀ ਕਹਿ ਰਹੇ ਨੇ, ਅਜੇ ਦੂਜਿਆਂ ਨੂੰ ਜਪਦੇ ਆ। ਚੇਤੇ 'ਚ ਰੱਖਣਾ ਹੀ ਅਸਲ 'ਚ ਜਪਣਾ ਹੈ। ਜਦੋਂ ਅਸੀਂ ਕਿਸੇ ਹੋਰ ਨੂੰ ਚੇਤਾ ਰੱਖਦੇ ਆ, ਜਦੋਂ ਅਸੀਂ ਚੇਤਾ ਰੱਖਦੇ ਆ ਨਾ ਸੰਸਾਰ ਨੂੰ, ਆਹ ਕੰਮ ਗੁਰੂ ਨੇ ਕਿਹਾ ਹੈ, ਆਹ ਸੰਸਾਰ ਨੇ ਕਿਹਾ ਹੈ। ਜਦੋਂ ਗੁਰੂ ਦੇ ਕੰਮ ਨੂੰ ਸੰਸਾਰ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਕਿ ਜੇ ਮੈਂ ਆਹ ਕੰਮ ਕੀਤਾ ਜਿਹੜਾ ਗੁਰੂ ਨੇ ਕਿਹਾ ਤੇ ਸੰਸਾਰ ਕੀ ਕਹੇਗਾ, ਫਿਰ ਉਦੋਂ ਸਾਡੀ ਦੂਰੀ ਜਿਹੜੀ ਆ ਗੁਰੂ ਦੇ ਨਾਲੋਂ ਵਧਣੀ ਸ਼ੁਰੂ ਹੋ ਜਾਂਦੀ। ਜਦੋਂ ਇਹ ਗੱਲ ਛੱਡ ਦੇਵਾਂਗੇ ਕਿ ਸੰਸਾਰ ਕੀ, ਅਜੇ ਸਾਨੂੰ ਸੰਸਾਰ ਦਾ ਚੇਤਾ ਹੈ, ਅਜੇ ਅਸੀਂ ਸੰਸਾਰ ਨੂੰ ਚੇਤਾ ਕਰਦੇ ਹਾਂ, ਜੇ ਸੰਸਾਰ ਦਾ ਹੀ ਸਿਮਰਨ ਹੈ ਸਾਡੇ ਹਿਰਦੇ ਦੇ ਅੰਦਰ। ਅਜੇ ਜਿਹੜਾ ਜਪ ਚੱਲਦਾ ਹੈ ਨਾ, ਅਜੇ ਸੰਸਾਰ ਦਾ ਹੀ ਹੈ ਕਿ ਲੋਕ ਕੀ ਕਹਿਣਗੇ, ਇਹ ਵੀ ਸਿਮਰਨ ਹੈ। ਅਸੀਂ ਸੰਸਾਰ ਦਾ ਹੀ ਸਿਮਰਨ ਕਰੀ ਜਾਂਦੇ ਹਾਂ। ਸਿਮਰਨ ਤੇ ਇਹ ਕਰਨਾ ਸੀ ਵੀ ਗੁਰੂ ਕੀ ਕਹੇਗਾ। ਜੇ ਆਹ ਕੰਮ ਕੀਤਾ ਗੁਰੂ ਕੀ ਕਹਿੰਦਾ ਹੈ, ਵੀ ਜਿਹੜਾ ਕੰਮ ਮੈਂ ਕਰ ਰਿਹਾ ਗੁਰੂ ਨੂੰ ਪ੍ਰਵਾਨ ਹੈ।
ਗੁਰੂ ਨੂੰ ਪੁੱਛਿਆ ਹੈ, ਕਿਉਂਕਿ ਸਤਿਗੁਰੂ ਕਹਿੰਦੇ ਨਾ ਕੰਮ ਕਰਨ ਤੁਰਿਆ ਹੈ ਤੇ ਫਿਰ ਪੁੱਛ ਕੇ ਕਰੀ, ਕੀਤਾ ਲੋੜੀਆ ਕੰਮ ਸੋ ਹਰਿ ਪਏ ਆਖੀ ਹੈ। ਰੱਬ ਨੂੰ ਆਖਿਆ ਕਰ, ਗੁਰੂ ਨੂੰ ਆਖਿਆ ਕਰ ਵੀ ਸਤਿਗੁਰੂ ਆਹ ਕੰਮ ਕਰਨ ਲੱਗਾ, ਚੰਗਾ ਹੈ ਕਿ ਮਾੜਾ ਹੈ? ਗੁਰੂ ਨੂੰ ਪੁੱਛ ਕੇ ਤੁਰਿਆ ਕਰ। ਅਜੇ ਤੇ ਸੰਸਾਰ ਨੂੰ ਪੁੱਛਦਾ ਰਹਿਣਾ ਸਾਰਾ ਕੁਝ ਕਰਕੇ ਤੇ ਫਿਰ ਗੁਰੂ ਦੇ ਕੋਲ ਆਉਣਾ ਵੀ ਸਤਿਗੁਰੂ ਆਹ ਕੰਮ ਕੀਤਾ, ਹੁਣ ਤੁਸੀਂ ਬਖਸ਼ਿਸ਼ ਕਰ ਦਿਓ। ਪੁੱਛਿਆ ਤੇ ਪਹਿਲੋਂ ਤੇ ਸੰਸਾਰ ਨੂੰ ਹੀ ਪੁੱਛਦਾ ਰਿਹਾ। ਭਾਵੇਂ ਕੋਈ ਵੀ ਕਾਰਜ ਕਰਨਾ ਹੋਵੇ, ਆਨੰਦ ਕਾਰਜ ਕਰਨਾ ਹੋਵੇ, ਪਹਿਲੋਂ ਸਾਰਿਆਂ ਕੋਲੋਂ ਨਹੀਂ ਪੁੱਛ ਕੇ ਆਉਂਦੇ। ਸਾਰੇ ਰਿਸ਼ਤੇਦਾਰਾਂ ਨੂੰ ਵੀ ਪੁੱਛ ਲਿਆ, ਉਹਨਾਂ ਨੂੰ ਦੱਸ ਵੀ ਦਿੱਤਾ, ਸਾਰਾ ਕੁਝ ਹੀ ਹੋ ਜਾਂਦਾ ਹੈ। ਫਿਰ ਸਤਿਗੁਰੂ ਦੇ ਕੋਲ ਆਉਂਦੇ, ਮਾਲਕ ਜੀ ਆਹ ਕਾਰਡ ਇੱਕ ਤੁਹਾਡੇ ਵਾਸਤੇ ਵੀ। ਉਸ ਤੋਂ ਪਹਿਲਾਂ ਨਹੀਂ ਗੁਰੂ ਦਾ ਚੇਤਾ, ਅਖੀਰ ਜਾ ਕੇ ਗੁਰੂ ਦਾ ਚੇਤਾ ਆਉਂਦਾ ਵੀ ਆਹ ਕਾਰਡ ਤੁਹਾਡੇ ਵਾਸਤੇ ਵੀ ਹੈ। ਇਹ ਹਾਲ ਹੈ ਸਾਡਾ। ਮਾਲਕ ਕਹਿੰਦੇ ਜਿਹੜੇ ਸੱਚਮੁੱਚ ਗੁਰੂ ਦੇ ਨਾਲ ਜੁੜੇ ਨੇ ਉਹ ਗੁਰੂ ਨੂੰ ਚੇਤਾ ਕਰਦੇ ਨੇ, ਉਹ ਅੰਦਰੋਂ ਟਿਕਦੇ ਨੇ, ਉਹ ਸੁਹੇਲੇ ਹੋ ਜਾਂਦੇ ਨੇ। ਉਹਨਾਂ ਦੇ ਹਿਰਦੇ ਦੇ ਅੰਦਰ ਇੱਕ ਟਿਕਾ ਬਣਦਾ ਹੈ। ਉਹ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਉਸ ਸ਼ਬਦ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਵਸਾ ਕੇ ਰੱਖਦੇ ਹਨ। ਭਾਉ ਭਗਤ ਪਾਉ ਭੇਖ ਸਾਧ ਸ੍ਰੇਸ਼ਿਆ। ਭਾਉ ਭਗਤ ਸ੍ਰੇਸ਼ਟ ਕਿਹੜੇ ਨੇ? ਸਤਿਗੁਰੂ ਕਹਿੰਦੇ ਸ੍ਰੇਸ਼ਟ ਤੇ ਉਹੀ ਹੈ ਨਾ ਜਿਹੜਾ ਗੁਰੂ ਦੇ ਨਾਲ ਜੁੜ ਗਿਆ। ਉੱਤਮ ਤੇ ਉਹੀ ਹੈ, ਉਸ ਤੋਂ ਇਲਾਵਾ ਤੇ ਕੋਈ ਉੱਤਮ ਹੈ ਹੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਸ੍ਰੇਸ਼ਟ ਦੋਹੇ ਨੇ, ਭਾਉ ਭਗਤ ਭਾਉ ਭੇਖ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਡਰ ਦਾ ਭੇਖ ਹੈ, ਜਿਹੜੇ ਡਰ ਨੂੰ ਆਪਣਾ ਭੇਖ ਬਣਾ ਕੇ ਰੱਖਦੇ ਨੇ। ਭਾਵ ਜਿਵੇਂ ਸੰਸਾਰ ਦੇ ਅੰਦਰ ਅਸੀਂ ਵਸਤਰ ਨਹੀਂ ਉਤਾਰਦੇ, ਉਦਾਂ ਹੀ ਜਿਹੜੇ ਗੁਰਮੁਖ ਨੇ ਉਹ ਵਸਤਰਾਂ ਦੇ ਵਾਂਗ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੇ ਡਰ ਨੂੰ, ਗੁਰੂ ਦੇ ਹੁਕਮ ਨੂੰ ਚੇਤਾ ਰੱਖਦੇ ਨੇ ਵੀ ਜਿਵੇਂ ਇਹਨਾਂ ਵਸਤਰਾਂ ਦੀ ਲੋੜ ਹੈ ਨਾ ਸਾਨੂੰ, ਇਦਾਂ ਹੀ ਗੁਰੂ ਦੇ ਹੁਕਮ ਦੀ ਵੀ ਲੋੜ ਹੈ। ਜਦੋਂ ਤੱਕ ਗੁਰੂ ਦਾ ਹੁਕਮ, ਗੁਰੂ ਦਾ ਡਰ ਸਾਡੀ ਸੁਰਤ ਦੇ ਅੰਦਰ ਨਹੀਂ ਹੈ ਵੀ ਗੁਰੂ ਕੀ ਕਹੇਗਾ, ਗੁਰੂ ਇਦਾਂ ਕਹਿੰਦਾ ਹੈ ਤੇ ਮੈਂ ਆਹ ਕਰਨਾ ਹੈ, ਸਤਿਗੁਰੂ ਕਹਿੰਦੇ ਫਿਰ ਉਹਨਾਂ ਚਿਰ ਤੱਕ ਤੇਰੇ ਹਿਰਦੇ ਦੇ ਅੰਦਰ ਉਹ ਟਿਕਾ ਹੀ ਨਹੀਂ ਸਕਦਾ। ਸ੍ਰੇਸ਼ਟ ਹੀ ਉਹ ਬਣ ਸਕਦਾ, ਪ੍ਰਵਾਨ ਹੀ ਉਹੀ ਹੋ ਸਕਦਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਚੇਤੇ 'ਚ ਰੱਖਿਆ ਹੈ। ਮਾਲਕ ਕਹਿੰਦੇ ਪ੍ਰਵਾਨ ਉਹੀ ਨੇ ਸੰਸਾਰ ਦੇ ਅੰਦਰ। ਦੂਜੇ ਜਿਹੜੇ ਨੇ ਉਹ ਸੰਸਾਰ ਦੇ ਅੰਦਰ ਰਹਿੰਦੇ ਨੇ, ਆਪਣੇ ਆਪ ਨੂੰ ਕਹਾਉਂਦੇ ਨੇ ਸ੍ਰੇਸ਼ਟ ਵੀ ਅਸੀਂ ਉੱਚੇ ਹਾਂ, ਅਸੀਂ ਬੜੇ ਪਵਿੱਤਰ ਹਾਂ, ਸਾਡਾ ਮਨ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ, ਸੰਸਾਰ ਦੇ ਨਾਲੋਂ ਪਵਿੱਤਰ ਹੈ। ਅਸੀਂ ਕੋਈ ਮਾੜਾ ਕਾਰਜ ਨਹੀਂ ਕਰਦੇ, ਅਸੀਂ ਫਿਰ ਵੀ ਪਵਿੱਤਰ ਹਾਂ। ਤੇ ਅਸੀਂ ਪਵਿੱਤਰ ਹਾਂ, ਮਾੜਾ ਕਾਰਜ ਨਹੀਂ ਕੋਈ ਕਰਦੇ, ਕੋਈ ਨਸ਼ਾ ਨਹੀਂ ਕਰਦੇ, ਪਰ ਸਾਨੂੰ ਲੋੜ ਨਹੀਂ ਹੈ ਜੇ ਗੁਰੂ ਦੇ ਰਾਹ ਦੇ ਉੱਤੇ ਤੁਰਨ ਦੀ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰਨ ਦੀ। ਗੁਰੂ ਨੇ ਕਿਹਾ ਨਾ ਖੱਡੇ ਬਾਟੇ ਦੀ ਬਾਹੋਂ ਲੈਣੀ। ਅਸੀਂ ਕਹਿੰਦੇ ਨਹੀਂ ਵੀ ਅਸੀਂ ਸ੍ਰੇਸ਼ਟ ਹਾਂ, ਵੀ ਅਸੀਂ ਉੱਤਮ ਹਾਂ, ਸਾਰਾ ਕੁਝ ਅਸੀਂ ਛੱਡਿਆ ਹੋਇਆ, ਅਸੀਂ ਕੋਈ ਨਸ਼ਾ ਨਹੀਂ ਕਰਦੇ, ਅਸੀਂ ਮਾਸ ਨਹੀਂ ਖਾਂਦੇ, ਅਸੀਂ ਕੋਈ ਇਦਾਂ ਦਾ ਕਰਮ ਨਹੀਂ ਕਰਦੇ ਜਿਹੜਾ ਗੁਰੂ ਮਨਾ ਕਰਦਾ ਹੈ। ਫਿਰ ਸਾਨੂੰ ਕੀ ਲੋੜ ਹੈ? ਮਾਲਕ ਕਹਿੰਦੇ ਇਹ ਤਾਂ ਲੋੜ ਸਾਰਿਆਂ ਨੂੰ, ਇਹਦੀ ਜੇ ਲੋੜ ਮੈਨੂੰ ਹੈ ਨਾ ਫਿਰ ਤੈਨੂੰ ਵੀ ਲੋੜ ਹੈਗੀ ਆ। ਜੇ ਤੂੰ ਇਹ ਕਹਿਣਾ ਹੈ ਵੀ ਮੈਂ ਇਹਦੇ ਤੋਂ ਬਾਹਰ, ਮੈਨੂੰ ਲੋੜ ਨਹੀਂ ਹੈ, ਫਿਰ ਤੂੰ ਆਪਣੇ ਆਪ ਨੂੰ ਸ੍ਰੇਸ਼ਟ ਕਹਾ ਰਿਹਾ। ਤੇ ਸ੍ਰੇਸ਼ਟ ਤੇ ਇੱਥੇ ਉਹੀ ਨੇ, ਪ੍ਰਵਾਨ ਉਹੀ ਨੇ ਜਿਨ੍ਹਾਂ ਨੇ ਸੁਣ ਕੇ ਗੁਰੂ ਦੇ ਹੁਕਮ ਨੂੰ ਮੰਨ ਲਿਆ। ਦੂਜੇ ਪ੍ਰਵਾਨ ਨਹੀਂ ਹੈ, ਦੂਜਾ ਸ੍ਰੇਸ਼ਟ ਨਹੀਂ ਹੋ ਸਕਦਾ। ਭਾਉ ਭਗਤ ਭਾਉ ਭੇਖ ਸਾਧ ਸ੍ਰੇਸ਼ਿਆ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਗੁਰੂ ਦੇ ਨਾਲ ਜੁੜਨ ਦਾ ਤਰੀਕਾ ਪ੍ਰੇਮਾ ਭਗਤੀ ਨੂੰ ਬਣਾਇਆ ਹੈ, ਸਤਿਗੁਰੂ ਕਹਿੰਦੇ ਉਹੀ ਸ੍ਰੇਸ਼ਟ ਹਨ। ਨਿਤ ਨਿਤ ਨਵਲ ਨਿਵੇਲ ਗੁਰਮੁਖ ਭੇਸਿਆ। ਉਹ ਰੋਜ਼ਾਨਾ ਹੀ ਨਵੇਂ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਹਮੇਸ਼ਾ ਨਵਾਂਪਨ ਰਹਿੰਦਾ ਹੈ, ਖਿੜਾ ਰਹਿੰਦਾ ਹੈ। ਜਿਵੇਂ ਫੁੱਲ ਦੇ ਅੰਦਰ ਖਿੜਾ ਜਦੋਂ ਤੱਕ ਨਵਾਂਪਨ ਰਵੇ ਉਹ ਖਿੜਿਆ ਰਹਿੰਦਾ ਹੈ, ਸੁਗੰਧੀ ਦਿੰਦਾ ਹੈ। ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਨਾਲ ਜੁੜ ਗਏ, ਉਹਨਾਂ ਦੇ ਹਿਰਦੇ ਦੇ ਅੰਦਰ ਹਮੇਸ਼ਾ ਖਿੜਾ ਰਹਿੰਦਾ ਹੈ, ਨਵਾਂਪਨ ਰਹਿੰਦਾ ਹੈ। ਸਾਹਿਬ ਮੇਰਾ ਨੀਤ ਨਵਾਂ। ਜਿਨ੍ਹਾਂ ਦਾ ਸਾਹਿਬ ਰੋਜ਼ਾਨਾ ਨਵਾਂ ਹੋਵੇ, ਉਹਨਾਂ ਦੇ ਉਸ ਮਾਲਕ ਦੇ, ਉਸ ਸਾਹਿਬ ਦੇ ਸਿੱਖ ਪੁਰਾਣੇ ਕਿਵੇਂ ਹੋ ਸਕਦੇ? ਪੁਰਾਣੇ ਦਾ ਭਾਵ ਉਹਨਾਂ ਦੀ ਸੁਰਤ ਇੱਕ ਥਾਂ ਦੇ ਉੱਤੇ ਖੜੀ ਨਹੀਂ ਰਹਿ ਸਕਦੀ। ਇਹ ਨਹੀਂ ਵੀ ਅਸੀਂ ਆਹ ਸੁਣਿਆ ਸੀ, ਅੱਜ ਅਸੀਂ ਇਹ ਵੀ ਨਹੀਂ ਮੰਨਦੇ ਵੀ ਗੁਰੂ ਕੀ ਕਹਿੰਦਾ ਹੈ, ਪਰ ਇਹ ਮੰਨਦੇ ਆ ਵੀ ਪਹਿਲੋਂ ਕੀ ਪੜਿਆ ਸੀ, ਪਹਿਲੋਂ ਕੀ ਸੁਣਿਆ ਸੀ, ਗੁਰੂ ਕੀ ਕਹਿ ਰਿਹਾ ਹੈ, ਇਸ ਗੱਲ ਦੀ ਪਰਵਾਹ ਨਹੀਂ ਹੈ। ਪਹਿਲੋਂ ਤੋਂ ਅਸੀਂ ਆਹ ਪੜਿਆ ਹੋਇਆ ਹੈ, ਸਾਨੂੰ ਆਹ ਦੱਸਿਆ ਹੋਇਆ ਹੈ। ਗੁਰਮੁਖ ਤੇ ਰੋਜ਼ਾਨਾ ਨਵਾਂ ਹੈ, ਰੋਜ਼ਾਨਾ ਬਾਣੀ ਦੇ ਅੰਦਰੋਂ ਸਿੱਖਦਾ ਹੈ।
ਜੇ ਅਸੀਂ ਅੱਜ ਤੱਕ ਇਸੇ ਗੱਲ ਦੇ ਉੱਤੇ ਟਿਕੇ ਹੋਏ ਆ ਨਾ ਵੀ ਅਸੀਂ ਪਹਿਲੋਂ ਆਪ ਪੜ੍ਹਿਆ ਸੀ, ਫਿਰ ਇਹਦਾ ਭਾਵ ਹੈ ਵੀ ਜਾਂ ਤੇ ਅਸੀਂ ਇਹ ਮੰਨ ਲਈਏ ਵੀ ਬਾਣੀ ਹੁਣ ਨਵੀਂ ਨਹੀਂ ਹੈ, ਉੱਥੇ ਕੀ ਖੜ ਗਈ। ਇਦਾਂ ਨਹੀਂ ਹੋ ਸਕਦਾ। ਬਾਣੀ ਤਾਂ ਰੋਜ਼ਾਨਾ ਨਵੀਂ ਹੈ, ਨਾ ਸਾਨੂੰ ਅਜੇ ਸੰਪੂਰਨ ਇਹਦੀ ਸਮਝ ਆਈ ਹੈ। ਜਾਂ ਤੇ ਇਹ ਦਾਵਾ ਕਰੀਏ ਵੀ ਜਿਸ ਵਕਤ ਮੈਂ ਬਾਣੀ ਦੀ ਇਹ ਤੁਕ, ਇਹ ਵਿਚਾਰਧਾਰਾ, ਇਸ ਸ਼ਬਦ ਨੂੰ ਪੜ੍ਹਿਆ ਸੀ, ਇਸ ਸ਼ਬਦ ਦੀ ਵਿਚਾਰ ਨੂੰ ਪੜ੍ਹਿਆ ਸੀ, ਉਦੋਂ ਮੈਨੂੰ ਇਹ ਸ਼ਬਦ ਸੰਪੂਰਨ ਤਰੀਕੇ ਦੇ ਨਾਲ ਸਮਝ ਆ ਗਈ। ਬਾਣੀ ਦੀ ਮੈਨੂੰ ਸੰਪੂਰਨ ਸਮਝ ਆ ਗਈ, ਇਸ ਕਰਕੇ ਹੁਣ ਇਹਦੇ 'ਚ ਕੁਝ ਵੀ ਨਵਾਂ ਨਹੀਂ ਹੈ। ਜਾਂ ਤੇ ਇਹ ਦਾਵਾ ਕਰੀਏ, ਤੇ ਇਹ ਦਾਵਾ ਕੋਈ ਨਹੀਂ ਕਰ ਸਕਦਾ ਵੀ ਸਾਨੂੰ ਬਾਣੀ ਦੀ ਸੰਪੂਰਨ ਸਮਝ ਆ ਗਈ ਹੈ। ਇੱਥੇ ਤੇ ਰੋਜ਼ਾਨਾ ਹੀ ਕੋਈ ਨਾ ਕੁਝ ਨਵਾਂ ਹੈ। ਉਸੇ ਸ਼ਬਦ ਨੂੰ ਰੋਜ਼ਾਨਾ ਪੜ੍ਹ ਲਓ, ਕੁਝ ਨਾ ਕੁਝ ਨਵਾਂ ਸਮਝ ਆ ਜਾਏਗਾ, ਕੁਝ ਨਾ ਕੁਝ ਨਵਾਂ ਲੱਭ ਜਾਏਗਾ। ਤੇ ਜਿਹੜੇ ਗੁਰਮੁਖ ਨੇ ਉਹ ਰੋਜ਼ਾਨਾ ਹੀ ਸਿੱਖਦੇ ਨੇ, ਉਹ ਕਦੇ ਇਹ ਨਹੀਂ ਕਹਿੰਦੇ ਵੀ ਅਸੀਂ ਆਹ ਸਿੱਖਿਆ ਹੋਇਆ ਹੈ। ਇੱਥੇ ਤੇ ਬਾਣੀ ਦੀ ਵਿਚਾਰ ਕਰ, ਤੈਨੂੰ ਰੋਜ਼ਾਨਾ ਸਿੱਖਣ ਨੂੰ ਮਿਲੇਗਾ। ਕੋਈ ਇੱਕ ਦਿਨ ਹੈ ਹੀ ਨਹੀਂ। ਤਾਂ ਹੀ ਤੇ ਮਾਲਕ ਕਹਿੰਦੇ ਨੇ ਕੋਈ ਦਿਨ ਆਵੇ ਹੀ ਨਾ ਇਦਾਂ ਦਾ ਜਿੱਦਣ ਤੇਰੇ ਹਿਰਦੇ ਦੇ ਅੰਦਰੋਂ ਗੁਰੂ ਦੀ ਵਿਚਾਰਧਾਰਾ ਨਿਕਲ ਜਾਵੇ। ਕਦੇ ਇਦਾਂ ਦਾ ਸਮਾਂ ਆਵੇ ਹੀ ਨਾ। ਰੋਜ਼ਾਨਾ ਇਹਨੂੰ ਹਿਰਦੇ ਦੇ ਅੰਦਰ ਵਸਾ ਕੇ ਰੱਖਿਆ ਕਰ। ਇੱਕ ਪਲ ਵੀ ਐਸਾ ਨਾ ਹੋਵੇ। ਮਾਲਕ ਕਹਿੰਦੇ ਜਿਸ ਦਿਨ ਇਦਾਂ ਕਰਨ ਲੱਗ ਜਾਏਗਾ ਫਿਰ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਗਿਆਨ ਆ ਗਿਆ, ਫਿਰ ਉਹ ਬੁੱਢੇ ਨਹੀਂ ਹੁੰਦੇ, ਫਿਰ ਉਹ ਰੋਜ਼ਾਨਾ ਨਵੇਂ ਨਹੀਂ। ਰੋਜ਼ਾਨਾ ਹੀ ਉਹਨਾਂ ਦੀ ਸੁਰਤ ਗੁਰੂ ਦੇ ਨਾਲ ਜੁੜ ਕਰਕੇ ਨਵੀਂ ਵਿਚਾਰਧਾਰਾ ਗੁਰੂ ਦੀ ਮੱਤ ਦੇ ਰਾਹੀਂ ਰੋਜ਼ਾਨਾ ਕੁਝ ਨਵਾਂ ਸਿੱਖਦੇ ਹਨ। ਖੈਰ ਦਲਾਲ ਦਲੇਲ ਸੇਵ ਸੁਹਿਸਿਆ। ਔਰ ਐਸੇ ਜਿਹੜੇ ਸੁਰਤ ਕਰਕੇ ਗੁਰੂ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਨਾਲ ਇੰਨਾ ਕੁ ਜੋੜ ਲਿਆ ਕਿ ਗੁਰੂ ਦੇ ਵਰਗੇ ਬਣ ਗਏ। ਜਿਹੜੇ ਗੁਰੂ ਦੇ ਵਰਗੇ ਬਣ ਗਏ, ਫਿਰ ਉਹਨਾਂ ਨੇ ਸੰਸਾਰ ਦੇ ਅੰਦਰ ਦਲਾਲੀ ਸ਼ੁਰੂ ਕਰ ਦਿੱਤੀ। ਇੱਕ ਉਹ ਦਲਾਲ ਨੇ ਜਿਹੜੇ ਸਾਡੇ ਵਰਗੇ ਨੇ, ਜਿਨ੍ਹਾਂ ਵਾਸਤੇ ਮਾਲਕ ਕਹਿੰਦੇ ਨੇ ਵੱਡੀਆਂ ਹੱਥ ਦਲਾਲ ਕੇ ਮੁਸਵੀ ਇਹ ਕਰੇ ਵੀ ਇਹ ਇੱਕ ਥਾਂ ਤੋਂ ਦੂਜੇ ਥਾਂ ਸਮਾਨ ਪਹੁੰਚਾਉਣ ਦਾ ਕੰਮ ਕਰਦੇ ਨੇ, ਜਿਹੜਾ ਹੋ ਨਹੀਂ ਸਕਦਾ। ਜਿਹੜੇ ਇਦਾਂ ਦੇ ਦਲਾਲ ਨੇ ਨਾ, ਉਹਨਾਂ ਨੂੰ ਸੰਸਾਰ ਦੇ ਅੰਦਰ ਅੱਜ ਆਪਾਂ ਕਹਿੰਦੇ ਨੇ, ਕਈ ਵਾਰ ਇਦਾਂ ਹੋਇਆ, ਇੱਕ ਨਵਾਂ ਆਉਂਦੀਆਂ ਨੇ ਵੀ ਉਹਨਾਂ ਨੂੰ ਕਬੂਤਰਬਾਜ਼ ਕਹਿੰਦੇ ਨੇ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਬੰਦੇ ਦੇ ਕੋਲੋਂ ਪੈਸੇ ਲੈ ਲਏ ਵੀ ਤੈਨੂੰ ਫਲਾਣੇ ਦੇਸ਼ 'ਚ ਪਹੁੰਚਾ ਦੇਵਾਂਗੇ, ਪਰ ਪਹੁੰਚਾਇਆ ਉੱਥੇ ਨਹੀਂ, ਰਹਿ ਕਿਤੇ ਹੋਰ ਹੀ ਗਿਆ। ਉਹ ਜਿਹਦੇ ਕੋਲੋਂ ਪੈਸੇ ਲਏ ਸੀ ਅਗਲੇ ਸਿਰੇ ਪਹੁੰਚਾਉਣ ਦੇ, ਉਹਨੂੰ ਕਿਤੇ ਰਾਹ ਦੇ ਵਿੱਚ ਹੀ ਛੱਡ ਦਿੱਤਾ। ਉਹਨੂੰ ਆਪਾਂ ਕੀ ਕਹਿੰਦੇ, ਕਬੂਤਰਬਾਜ਼। ਤੇ ਸੰਸਾਰ ਉਹਦੀ ਇੱਜ਼ਤ ਨਹੀਂ ਕਰਦਾ। ਸੰਸਾਰ ਦੇ ਅੰਦਰ ਇਦਾਂ ਦੇ ਦਲਾਲ, ਕਬੂਤਰਬਾਜ਼ ਕਿੰਨੇ ਮਾੜੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਹਾਲਾਂਕਿ ਦਲਾਲ ਸ਼ਬਦ ਜਿਹੜਾ ਹੈ ਬੜਾ ਪਵਿੱਤਰ ਹੈ ਆਪਣੇ ਆਪ 'ਚ। ਇਹ ਜਦੋਂ ਮਾੜਿਆਂ ਦੇ ਨਾਲ ਜੁੜਨ ਲੱਗ ਗਿਆ, ਫਿਰ ਅਸਲ ਦੇ ਵਿੱਚ ਇਹ ਮਾੜਾ ਹੋਇਆ। ਨਹੀਂ ਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੁੰਦਾ ਹੈ ਰਹਿਨੁਮਾ, ਰਾਹ ਦਿਖਾਉਣ ਵਾਲਾ, ਜਿਹੜਾ ਰਾਹ ਦਿਖਾ ਰਿਹਾ, ਜਿਹੜਾ ਰਸਤਾ ਦਿਖਾ ਰਿਹਾ ਹੈ। ਅੱਜ ਇਦਾਂ ਦਲਾਲ ਸ਼ਬਦ ਕਿਸੇ ਦੇ ਨਾਲ ਜੋੜ ਦਵੋ ਤਾਂ ਇਦਾਂ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਮਾੜਾ ਸ਼ਬਦ ਜੋੜ ਦਿੱਤਾ, ਕਿਉਂਕਿ ਇਹ ਜੁੜਦਾ ਹੀ ਅੱਜ ਤੱਕ ਮਾੜਿਆਂ ਦੇ ਨਾਲ ਗਿਆ। ਮਾੜਿਆਂ ਦੇ ਨਾਲ ਜੁੜਨ ਕਰਕੇ ਅਸਲ ਦੇ ਵਿੱਚ ਦਲਾਲ, ਭਾਈ ਗੁਰਦਾਸ ਜੀ ਨੇ ਦਲਾਲ ਸ਼ਬਦ ਵਰਤਿਆ, ਕਹਿੰਦੇ ਉਹ ਦਲਾਲ ਬਣ ਜਾਂਦੇ ਨੇ ਜਿਨ੍ਹਾਂ ਦਾ ਜੀਵਨ ਇਦਾਂ ਦਾ ਹੈ। ਉਹ ਰਹਿਨੁਮਾ ਬਣ ਜਾਂਦੇ ਨੇ, ਉਸ ਮਾਲਕ ਦੇ ਦਰ ਦੇ ਨਾਲ ਜੋੜਨ ਦਾ ਕੰਮ ਕਰਦੇ ਨੇ, ਉਹ ਸੰਸਾਰ ਦੇ ਨਾਲ ਜੋੜਨ ਦਾ ਕੰਮ ਨਹੀਂ ਕਰਦੇ। ਕਿਤੇ ਦਾਅਵੇ ਕਰਦੇ ਨੇ ਕਿ ਅਸੀਂ ਜੋੜ ਦੇਵਾਂਗੇ, ਅਸੀਂ ਇਦਾਂ ਕਰ ਦੇਵਾਂਗੇ, ਅਸੀਂ ਆਹ ਦੇ ਦੇਵਾਂਗੇ, ਅਸੀਂ ਆਹ ਚੀਜ਼ ਇੱਥੋਂ ਉੱਥੇ ਪਹੁੰਚਾ ਦੇਵਾਂਗੇ। ਪਹੁੰਚਾਉਣ ਦਾ ਕੰਮ ਕਰਦੇ ਆ। ਬੜਾ ਕੁਝ ਹੁੰਦਾ ਇਦਾਂ ਦਾ ਵੀ ਇੱਥੋਂ ਆ ਪਿੱਛੇ ਜੇ ਦਿਨ ਨਿਕਲ ਗਏ, ਬੜਾ ਕੁਝ ਪਹੁੰਚਾਇਆ, ਸਾਰਾ ਜ਼ੋਰ ਲਾ ਕੇ ਇਸ ਸੰਸਾਰ ਦੇ ਵਿੱਚੋਂ ਉਹ ਅਗਲੇ ਸੰਸਾਰ ਦੇ ਜਿਹੜਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਜਿਹਦੇ ਵਾਸਤੇ ਗੁਰੂ ਕਹਿੰਦਾ ਵੀ ਮੈਨੂੰ ਨਹੀਂ ਪਤਾ, ਅਸੀਂ ਉੱਥੇ ਵੀ ਪਹੁੰਚਾਉਣ ਦਾ ਯਤਨ ਪੂਰਾ ਕੀਤਾ। ਜਿਹਨੂੰ ਕਹਿੰਦੇ ਨੇ ਪਿੱਤਰ ਲੋਕ, ਉੱਥੇ ਬੜਾ ਕੁਝ ਪਹੁੰਚਾਇਆ ਅਸੀਂ ਜ਼ੋਰ ਲਾ ਕੇ। ਸਤਿਗੁਰੂ ਕਹਿੰਦੇ ਫਿਰ ਇਹਨਾਂ ਵਾਸਤੇ, ਸਾਡੇ ਵਰਗਿਆਂ ਵਾਸਤੇ ਉਹ ਸ਼ਬਦ ਹੈ, ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹ ਕਰੇ। ਨਹੀਂ ਤੇ ਜਿਹੜੇ ਗੁਰਮੁਖ ਨੇ ਦਲਾਲ ਉਹ ਵੀ ਨੇ, ਪਰ ਉਹਨਾਂ ਦਾ ਦਲਾਲੀ ਕਰਨ ਦਾ ਢੰਗ, ਉਹਨਾਂ ਦੇ ਦਲਾਲੀ ਦਾ ਢੰਗ ਇਹ ਹੈ ਕਿ ਉਹ ਗੁਰੂ ਦੇ ਨਾਲ ਜੋੜ ਕਰਕੇ ਉਸ ਮਾਲਕ ਦੇ ਦਰ ਦੇ ਨਾਲ ਜੋੜਦੇ ਨੇ, ਜਿੱਥੇ ਜੁੜ ਕੇ ਸਾਡੇ ਹਿਰਦੇ ਦੇ ਅੰਦਰ ਟਿਕਾ ਜਾਣਾ ਹੈ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰ ਦੇਣ। ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬੁਲਾਓ ਜੀ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
माकली महला तीजा आनंद एक ओंकार सतगुर प्रसाद। आनंद पया मेरी माए सतगुरु मैं पाया सतगुरता पाया सह सेती मन वधियां वाधाइयां राग रतन परवार भरियां शब्द गावण आइयां। शब्दों तंगावो हरि केरा मंजनी वसाया कह नानक आनंद होआ सतगुरु मैं पाया। ए मन मेरे आ तू सदा रहो हर नाले हर नाल रहो तू मन मेरे रूप सा विसारना। अंगीकार करे तेरा कर सब सवारना सुना गला सुमरा स्वामी सो के मनो विसारे। कह नानक मन मेरे सदा रहो हर नाले। साचे साहिबा क्या नहीं कर तेरा करता तेरा सब कुछ जिस देह सो पावे। सदा सिर सलाह तेरी नाम मन वसावे नाम जिनका मन वस्या वाली शब्द कनेरे। कह नानक सच्चे साहिब क्या नहीं कर तेरा सच्चा नाम मेरा आधारो। साच नाम आधार मेरा जिन भुखा सब गवाइया कर शाम सुख मनाए वस्या जिन इच्छा सब हो जाइया। सदा कुर्बान किता गुरु विटों जिस दियां वड्याइया। कह नानक सुनो संतोष वतरो प्यारो सच्चा नाम मेरा आधारो। वाजे पंचवत कर सुभाग्य कर सुभाग्य शब्द वाजे कलाजित कर तारिया। पंचदूत द्वास कीते काल कंटक मारिया। तुर कर्म पाया तुद जिन कहो से नाम हर कै लागे। कह नानक ता सुख हुआ तित घर अनहद वाजे। आनंद सुनो वड भागी हो सगल मनोरथ पूरे। पार ब्रह्म प्रभ पाया उतरे सकल विसूरे। दुख रोग संताप उतरे सुनी सची बाणी। संत साजन भय सरसे बुरे गुर थे जानी। सुनते पुनीत कहते पवता सतगुर रहा भर पूरे। बिनवंत नानक गुर चरण लागे वाजे अनहद दूरे। सुनते पुनीत कहते पविता सतगुर रहा भर पूरे। बिनवंत नानक गुर चरण लागे वाजे अनहद दूरे। वाहिगुरु जी का खालसा वाहिगुरु जी की फतेह। तुद आगे अरदास हमारी जियो पिंड सब। कहो नानक सब तेरी वड्याई कोई नाव न जाए।